ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਸੀਤਾ ਕੋ ਬਨਵਾਸ ਦੀਬੋ। ਹੁਣ ਸੀਤਾ ਜੀ ਨੂੰ ਬਨਵਾਸ ਦੇਣ ਦਾ ਕਥਨ। ਭੁਜੰਗ ਪ੍ਰਿਆ ਛੰਦ। ਪਈ ਏਮ ਤਉ ਨੇ ਇਤੇ ਰਾਵਣਾਰਨ। ਉਧਰ ਇਸ ਤਰ੍ਹਾਂ ਗੱਲ ਹੋਈ। ਇੱਧਰ ਸੀਤਾ ਜੀ ਨੇ ਕਹੀ ਜਾਨ ਕੀ ਸੋ ਸੁਕਥਨਨ ਸੁਧਾਰਨ। ਬੜੇ ਸੁੰਦਰ ਢੰਗ ਨਾਲ ਸ਼੍ਰੀ ਰਾਮ ਜੀ ਨੂੰ ਕਿਹਾ। रचे एक बागन ਅਭਿਰਾਮਨ ਸੁਸ਼ੋਭਨ। ਕਿ ਇੱਕ ਸੁੰਦਰ ਬਾਗ ਬਣਵਾਓ ਜਿਸ ਦੀ ਸ਼ੋਭਾ ਨੂੰ ਵੇਖ ਕੇ ਲਖੇ ਨੰਦਨਨ ਜੌਨ ਕੀ ਕਰਾਤ ਛੋਬਨ। ਇੰਦਰ ਦੇ ਨੰਦਕ ਬਾਗ ਦੀ ਸ਼ੋਭਾ ਫਿੱਕੀ ਪੈ ਜਾਵੇ। ਸੁਣੀ ਏਮ ਬਾਣੀ ਸਿਆ ਧਰਮ ਤਾਮਨ। ਜਦ ਸੀਤਾ ਜੀ ਦੀ ਅਜਿਹੀ ਬਾਣੀ ਧਰਮ ਤਾਮ ਸ਼੍ਰੀ ਰਾਮ ਨੇ ਸੁਣੀ। ਰਚਿਓ ਏਕ ਬਾਗਨ ਮਹਾ ਅਭਰਾਮਨ। ਤਾਂ ਇੱਕ ਮਹਾਨ ਸੁੰਦਰ ਬਾਗ ਬਣਵਾਇਆ। ਮਣੀ ਪੂਖਿਤਨ ਹੀਰ ਚੀਰਨ ਅਨੰਤਨ। ਉਸ ਵਿੱਚ ਅਨੰਤ ਹੀ ਹੀਰੇ ਅਤੇ ਮਣੀਆਂ ਜੜੀਆਂ ਹੋਈਆਂ ਸਨ। ਲਖੇ ਇੰਦਰ ਪੱਥਨ ਲਜੇ ਸਰੋਭਵੰਤਨ। ਅਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਸ਼ੋਭਾ ਵਾਲਾ ਖਾਡਵ ਬਨ ਇੰਦਰ ਪੱਥਨ ਸ਼ਰਮਸਾਰ ਹੁੰਦਾ ਸੀ। ਮਣੀ ਮਾਲ ਬਜਰਨ ਸਸੋਭਾਏ ਮਾਨਨ। ਉਸ ਵਿੱਚ ਮਣੀਆਂ ਤੇ ਹੀਰਿਆਂ ਦੀਆਂ ਲੜੀਆਂ ਸੁਭਾਇਮਾਨ ਹੋ ਰਹੀਆਂ ਸਨ। ਸਭੇ ਦੇਵ ਦੇਵਨ ਦੁਤੀ ਸੁਰਗ ਜਾਨਨ। ਸਾਰੇ ਦੇਵੀ ਦੇਵਤਿਆਂ ਨੇ ਉਸ ਨੂੰ ਦੂਜਾ ਸਵਰਗ ਸਮਝਣਾ ਸ਼ੁਰੂ ਕਰ ਦਿੱਤਾ। ਗਏ ਰਾਮ ਤਾਮੋ ਸਿਆ ਸੰਗ ਲੀਨੇ। ਸ਼੍ਰੀ ਰਾਮ ਸੀਤਾ ਨੂੰ ਲੈ ਕੇ ਉਸ ਬਾਗ ਵਿੱਚ ਗਏ। ਕਿਤੀ ਕੋਟ ਸੁੰਦਰੀ ਸਭੇ ਸੰਗ ਕੀਨੇ। ਕਈ ਕਰੋੜ ਅਰਥਾਤ ਬਹੁਤ ਸਾਰੀਆਂ ਸੁੰਦਰ ਦਾਸੀਆਂ ਨੂੰ ਸੀਤਾ ਜੀ ਦੇ ਨਾਲ ਕਰ ਦਿੱਤਾ। ਰਚਿਓ ਏਕ ਮੰਦਰਨ ਮਹਾ ਸੁਬ੍ਰਠਾਮਨ। ਇਸੇ ਮਹਾਨ ਸੁੰਦਰ ਸਥਾਨ ਵਿੱਚ ਇੱਕ ਮਹਿਲ ਮੰਦਰ ਬਣਵਾਇਆ। ਕਰਿਓ ਰਾਮ ਸੈਨਨ ਤਹਾਂ ਧਰਮ ਤਾਮਨ। ਉਸ ਵਿੱਚ ਧਰਮ ਤਾਮ ਸ਼੍ਰੀ ਰਾਮ ਨੇ ਵਿਸ਼ਰਾਮ ਕੀਤਾ। ਕਰੀ ਕੇਲ ਖੇਲਨ ਸੁਬੇਲਨ ਸੁਭੋਗਨ। ਉੱਥੇ ਕਈ ਤਰ੍ਹਾਂ ਦੀ ਕ੍ਰੀੜਾ ਭੋਗ ਅਤੇ ਬਿਲਾਸ ਕੀਤੇ। ਹੁਤੋ ਜੌਨ ਕਾਲਨ ਸਮੇਂ ਜੈਸ ਜੋਗਨ। ਜਿਸ ਤਰ੍ਹਾਂ ਦਾ ਸਮਾਂ ਸੀ ਉਸੇ ਤਰ੍ਹਾਂ ਦੇ ਕਾਰ ਵਿਹਾਰ ਪੂਰੇ ਕੀਤੇ। ਰਹਿਓ ਸੀਯ ਗਰਭਨ ਸੁਨਿਓ ਸਰਬ ਬਾਮਨ। ਸੀਤਾ ਜੀ ਨੂੰ ਉਸ ਸਮੇਂ ਗਰਭ ਠਹਿਰ ਗਿਆ। ਇਸ ਗੱਲ ਨੂੰ ਸਾਰੀਆਂ ਇਸਤਰੀਆਂ ਨੇ ਸੁਣ ਲਿਆ। ਕਹੇ ਏਮ ਸੀਤਾ ਪੁਨਰ ਬੈਨ ਰਾਮਨ। ਫਿਰ ਸੀਤਾ ਜੀ ਨੇ ਇਹ ਬਚਨ ਸ਼੍ਰੀ ਰਾਮ ਨੂੰ ਕਿਹਾ ਕਿ ਹੇ ਨਾਥ, ਫਿਰਿਓ ਬਾਗ ਬਾਗਨ ਬਿਦਾ ਨਾਥ ਦੀਜੇ। ਮੈਂ ਬਾਗ ਵਿੱਚ ਬਹੁਤ ਫਿਰ ਲਿਆ, ਹੁਣ ਮੈਨੂੰ ਵਿਦਾ ਕਰੋ। ਮੈਂ ਬਾਗ ਵਿੱਚ ਬਹੁਤ ਫਿਰ ਲਿਆ, ਹੁਣ ਮੈਨੂੰ ਵਿਦਾ ਕਰੋ। ਸੁਨੋ ਪ੍ਰਾਨ ਪਿਆਰੇ ਇਹ ਕਾਜ ਕੀਜੇ।
हे ਪ੍ਰਾਣ ਪਿਆਰੇ, ਸੁਣੋ ਅਤੇ ਇਹੀ ਕਾਰਜ ਕਰੋ। ਦਿਓ ਰਾਮ ਸੰਗਨ ਸੁਮਿਤਰਾ ਕੁਮਾਰਨ। ਲਕਸ਼ਮਣ ਨੂੰ ਸ਼੍ਰੀ ਰਾਮ ਨੇ ਨਾਲ ਭੇਜਿਆ। ਦਈ ਜਾਨ ਕੀ ਸੰਗ ਤਾਕੇ ਸੁਧਾਰਨ, ਅਤੇ ਉਸ ਨਾਲ ਚੰਗੀ ਤਰ੍ਹਾਂ ਸੀਤਾ ਜੀ ਨੂੰ ਤੋੜ ਦਿੱਤਾ। ਜਹਾਂ ਕੋਰ ਸਾਲਨ ਤਮਾਲਨ ਵਿਕਰਾਲਨ, ਜਿੱਥੇ ਵੱਡੇ ਵੱਡੇ ਸਾਲ ਤੇ ਤਮਾਲ ਦੇ ਭਿਆਨਕ ਬ੍ਰਿਛ ਸਨ। ਤਹਾਂ ਸੀਏ ਕੋ ਛੋਰ ਆਇਓ ਉਤਾਲਨ। ਲక్ష్మణ ਜੀ ਉੱਥੇ ਸੀਤਾ ਜੀ ਨੂੰ ਛੱਡ ਕੇ ਛੇਤੀ ਨਾਲ ਮੁੜ ਆਏ। ਹੁਣ ਇੱਥੇ ਸ਼੍ਰੀ ਪੰਡਿਤ ਨਾਰਾਇਣ ਸਿੰਘ ਜੀ ਦੇ ਭਾਵਾਰਥ ਦਾ ਸ਼੍ਰਵਣ ਕਰੋ। ਉਹਨਾਂ ਦੇ ਅਨੁਸਾਰ ਸ਼੍ਰੀ ਗੁਰੂ ਸਾਹਿਬ ਜੀ ਨੇ ਸੀਤਾ ਨੂੰ ਬਨਵਾਸ ਦਾ ਕਾਰਨ ਕੇਵਲ ਸੀਤਾ ਜੀ ਦੀ ਆਪਣੀ ਹੀ ਜੰਗਲ ਫਿਰਨ ਦੀ ਇੱਛਾ ਦੱਸੀ ਹੈ ਕਿ ਉਸਨੇ ਸ਼੍ਰੀ ਰਾਮ ਜੀ ਪਾਸੋਂ ਆਗਿਆ ਮੰਗੀ ਅਤੇ ਇਸ ਕੰਮ ਨੂੰ ਪੂਰਾ ਕਰਨ ਦੇਣ ਦੀ ਤਾਕੀਦ ਕੀਤੀ ਸੀ। ਪਰ ਕਿਸੇ ਰਾਮਾਇਣ ਦੇ ਲੇਖਕ ਨੇ ਇਸ ਪ੍ਰਸੰਗ ਦੇ ਕਾਰਨ ਕਈ ਤਰ੍ਹਾਂ ਦੇ ਭੈੜੇ ਖਿਆਲ ਲਿਖੇ ਹਨ ਜੋ ਯੋਗਯ ਨਹੀਂ ਹੈ। ਜਿਵੇਂ ਕਿ ਇੱਕ ਰਾਮਾਇਣ ਵਿੱਚ ਇਹ ਲਿਖਿਆ ਹੈ ਕਿ ਗੁਪਤ ਦੂਤ ਨੇ ਸ਼੍ਰੀ ਰਾਮ ਜੀ ਨੂੰ ਕਿਹਾ ਕਿ ਸੀਤਾ ਮਾਤਾ ਲੰਕਾ ਵਿੱਚ ਰਹੀ ਹੈ ਅਤੇ ਇਸ ਗੱਲ ਦੀ ਲੋਕੀ ਚਰਚਾ ਕਰਦੇ ਹਨ। ਇਹਨਾਂ ਦਿਨਾਂ ਵਿੱਚ ਹੀ ਸ਼੍ਰੀ ਰਾਮ ਜੀ ਇੱਕ ਦਿਨ ਸ਼ਿਕਾਰ ਨੂੰ ਗਏ ਤਾਂ ਇੱਕ ਧੋਬੀ ਨੂੰ ਉਸ ਦਾ ਸਹੁਰਾ ਕਈ ਤਰ੍ਹਾਂ ਦੀਆਂ ਮਿੰਨਤਾਂ ਤਰਲੇ ਕਰਕੇ ਮਨਾ ਰਿਹਾ ਸੀ। ਅੱਗੋਂ ਉਸ ਧੋਬੀ ਨੇ ਕਿਹਾ, ਮੈਂ ਕੋਈ ਰਾਮ ਨਹੀਂ ਹਾਂ ਜੋ 11 ਮਹੀਨੇ ਰਾਵਣ ਦੇ ਘਰ ਰਹਿ ਆਈ ਸੀਤਾ ਨੂੰ ਮੁੜ ਕੇ ਆਪਣੇ ਘਰ ਲੈ ਆਇਆ ਹਾਂ। ਜੇ ਮੇਰੀ ਵਹੁਟੀ ਮਤਲਬ ਪਤਨੀ ਹੋ ਕੇ ਮੇਰੀ ਆਗਿਆ ਤੋਂ ਬਿਨਾਂ ਕਿਸੇ ਦੂਜੇ ਘਰ ਇੱਕ ਰਾਤ ਵੀ ਰਹਿ ਆਈ ਹੈ, ਉਸ ਨੂੰ ਮੈਂ ਕਿਸੇ ਤਰ੍ਹਾਂ ਵੀ ਘਰ ਨਹੀਂ ਵਾੜਾਂਗਾ। ਇਹ ਬਚਨ ਸੁਣ ਕੇ ਸ਼੍ਰੀ ਰਾਮ ਜੀ ਨੂੰ ਗੁਪਤ ਦੂਤ ਦੇ ਬਚਨ ਵੀ ਯਾਦ ਆ ਗਏ ਤਾਂ ਆਪ ਜੀ ਨੇ ਸੋਚਿਆ ਕਿ ਇਸ ਨਿੰਦਾ ਰੂਪ ਜੀਵਨ ਨਾਲੋਂ ਮਰਨਾ ਸ੍ਰੇਸ਼ਟ ਹੈ। ਇਸ ਲਈ ਆਪ ਜੀ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਇੱਕ ਹੋਰ ਰਾਮਾਇਣ ਵਿੱਚ ਹੋਰ ਤਰ੍ਹਾਂ ਲਿਖਿਆ ਹੈ ਕਿ ਇੱਕ ਵਾਰੀ ਸੀਤਾ ਜੀ ਦਾਸੀ ਤੋਂ ਸਿਰ ਗੁੰਦਵਾ ਰਹੇ ਸਨ ਤਾਂ ਦਾਸੀ ਨੇ ਕਿਹਾ, ਮਾਤਾ ਜੀ, ਅਸੀਂ ਸੁਣਦਿਆਂ ਹਾਂ ਰਾਵਣ ਦੇ 10 ਸਿਰ ਅਤੇ 20 ਬਾਹਾਂ ਸਨ, ਪਰ ਸਾਨੂੰ ਇਹ ਹੈਰਾਨੀ ਹੈ ਕਿ ਉਸ ਦੇ ਇੱਕ ਧੜ ਉੱਤੇ 10 ਸਿਰ ਅਤੇ 20 ਬਾਹਾਂ ਕਿਵੇਂ ਟਿਕਦੀਆਂ ਹਨ। ਸੀਤਾ ਨੇ ਉਹਨਾਂ ਦੀ ਇਹ ਗੱਲ ਸੁਣ ਕੇ ਰਾਵਣ ਦੀ ਇੱਕ ਤਸਵੀਰ ਬਣਾ ਕੇ ਵਿਖਾ ਦਿੱਤੀ। ਜਿਸ ਵੇਲੇ ਧਰਤੀ ਉੱਤੇ ਤਸਵੀਰ ਵਾਹੀ ਜਾ ਚੁੱਕੀ ਸੀ, ਉਸੇ ਵੇਲੇ ਸ਼੍ਰੀ ਰਾਮ ਚੰਦਰ ਜੀ ਮਹਿਲਾਂ ਵਿੱਚ ਆ ਗਏ। ਉਹਨਾਂ ਨੇ ਵੀ ਉਹ ਤਸਵੀਰ ਵੇਖ ਲਈ ਤਾਂ ਆਪ ਨੂੰ ਫੁਰਨਾ ਹੋਇਆ ਕਿ ਜੇਕਰ ਸੀਤਾ ਜੀ ਨੇ ਰਾਵਣ ਨੂੰ ਵੇਖਿਆ ਹੀ ਨਹੀਂ ਤਾਂ ਉਸ ਦੀ ਮੂਰਤੀ ਕਿਵੇਂ ਬਣਾਈ ਜਾ ਸਕਦੀ ਹੈ। ਉਸ ਵੇਲੇ ਦੂਤ ਦੀਆਂ ਗੱਲਾਂ ਅਤੇ ਧੋਬੀ ਤੋਂ ਸੁਣੀਆਂ ਗੱਲਾਂ ਦਾ ਭਰਮ ਨਿਸ਼ਚੇ ਵਿੱਚ ਬਦਲ ਗਿਆ ਅਤੇ ਸੀਤਾ ਮਾਤਾ ਨੂੰ ਬਨਵਾਸ ਦੇ ਦਿੱਤਾ। ਜੇਕਰ ਇਸ ਤਰ੍ਹਾਂ ਦੇ ਪ੍ਰਸੰਗਾਂ ਦੀ ਛਾਣਬੀਣ ਕੀਤੀ ਜਾਏ ਤਾਂ ਇਹਨਾਂ ਪ੍ਰਸੰਗਾਂ ਅਨੁਸਾਰ ਸੀਤਾ ਮਾਤਾ ਉੱਤੇ ਕੋਈ ਨਾ ਕੋਈ ਦੋਸ਼ ਆ ਸਕਦਾ ਹੈ ਅਤੇ ਜਾਂ ਇਹ ਪ੍ਰਸੰਗ ਨਿਰੇ ਪੂਰੇ ਨਿੰਦਾ ਰੂਪ ਹਨ। ਇਸ ਲਈ ਸ਼੍ਰੀ ਗੁਰੂ ਜੀ ਨੇ ਉਹ ਪ੍ਰਸੰਗ ਜੋ ਕੇਵਲ ਭਲੇ ਪੁਰਸ਼ਾਂ ਦੀ ਰੁਚੀ ਹੋਇਆ ਕਰਦੀ ਹੈ ਕਿ ਬਿਰਧਾਵਸਥਾ ਵਿੱਚ ਬਾਨਪ੍ਰਸਥ ਆਸ਼ਰਮ ਦਾ ਸੇਵਨ ਕਰਨਾ ਜ਼ਰੂਰੀ ਹੈ। ਜਦ ਸੀਤਾ ਮਾਤਾ ਜੀ ਨੇ 10,000 ਵਰੇ ਰਾਜ ਭੋਗ ਲਿਆ ਤਾਂ ਆਪ ਨੂੰ ਵਨ ਯਾਤਰਾ ਦੀ ਇੱਛਾ ਹੋਈ
ਹੋਈ। ਦੂਜਾ, ਜਦ ਜਗਤ ਦੀ ਨਿਸ਼ਾਨੀ ਰੂਪ ਪੁੱਤਰ ਦੀ ਵੀ ਆਸ ਹੋ ਗਈ ਤਾਂ ਆਪ ਨੇ ਗ੍ਰਹਿਸਥ ਤੋਂ ਉਪਰਾਮਤਾ ਪ੍ਰਾਪਤ ਕਰਨ ਲਈ ਹੀ ਬਣ ਜਾਣਾ ਦੀ ਆਗਿਆ ਮੰਗੀ ਸੀ। ਅਤੇ ਸ਼੍ਰੀ ਰਾਮ ਜੀ ਤਾਂ ਪੂਰਨ ਪੁਰਖ ਸਨ, ਉਹਨਾਂ ਨੇ ਇਸੇ ਤਰੀਕੇ ਨਾਲ ਖੇਲ ਖਤਮ ਕਰਨਾ ਹੀ ਸੀ। ਇਸ ਲਈ ਵੀ ਸੀਤਾ ਜੀ ਦਾ ਬਣ ਜਾਣਾ ਜ਼ਰੂਰੀ ਜਾਣ ਕੇ ਬਨਵਾਸ ਦਿੱਤਾ ਸੀ। ਅੱਗੇ ਆਪਾਂ ਦਸਮ ਗ੍ਰੰਥ ਦੇ ਅਗਲੇ ਹਿੱਸੇ ਦਾ ਪਾਠ ਕੰਟੀਨਿਊ ਕਰਦੇ ਹਾਂ। ਬਨਨ ਨਿਰੰਜਨਨ ਦੇਖ ਕੈ ਅਪਾਰਨ। ਅਪਾਰ ਨਿਰਜਨ ਬਣ ਨੂੰ ਵੇਖ ਕੇ ਸੀਤਾ ਜੀ ਨੇ ਜਾਣ ਲਿਆ। ਬਨਨ ਬਾਸ ਜਾਣਿਓ ਦਇਓ ਰਾਵਣਾਰਨ, ਕਿ ਸ਼੍ਰੀ ਰਾਮ ਨੇ ਮੈਨੂੰ ਬਨਵਾਸ ਦੇ ਦਿੱਤਾ ਹੈ। ਰੁਰੋਦਨ ਸੁਰ ਉੱਚਨ ਪਪਾਤੰਤ ਪ੍ਰਾਨਨ। ਉਸੇ ਵੇਲੇ ਉੱਚੀ ਸੁਰ ਨਾਲ ਰੋਣ ਲੱਗੀ ਅਤੇ ਪ੍ਰਾਣਾਂ ਤੋਂ ਬਿਸੁੱਧ ਹੋ ਕੇ ਇਸ ਤਰ੍ਹਾਂ ਡਿੱਗ ਪਈ। ਰਣ ਜੇਮ ਵੀਰਨ ਲਗੇ ਮਰਮ ਬਾਨਨ। ਜਿਵੇਂ ਰਣ ਵਿੱਚ ਨਾਜ਼ੁਕ ਥਾਂ ਤੇ ਬਾਣ ਲੱਗਣ ਨਾਲ ਸੂਰਮਾ ਡਿੱਗ ਪੈਂਦਾ ਹੈ। ਸੁਣੀ ਬਾਲਮੀਕਨ ਸ਼ਰੁਤਨ ਦੀਨ ਬਾਣੀ। ਸੀਤਾ ਜੀ ਦੀ ਦੀਨ ਬਾਣੀ ਬਾਲਮੀਕੀ ਨੇ ਕੰਨੀ ਸੁਣੀ। ਚਲਿਓ ਕਉਕ ਚਿੱਤਨ ਤਜੀ ਮੋਨ ਤਾਨੀ। ਤਾਂ ਚਿੱਤ ਵਿੱਚ ਚੌਂਕ ਕੇ ਅਤੇ ਕੁਟੀਆਂ ਛੱਡ ਕੇ ਤੁਰ ਪਿਆ। ਸਿਆ ਸੰਗ ਲੀਨੇ ਗਇਓ ਤਾਮ ਆਪਨ। ਸੀਤਾ ਜੀ ਨੂੰ ਨਾਲ ਲੈ ਕੇ ਆਪਣੇ ਸਥਾਨ ਤੇ ਚਲੇ ਗਏ। ਮਨੋ ਬਚ ਕਰਮਨ ਦੁਰਗਾ ਜਾਪ ਜਾਪਨ। ਅਤੇ ਮਨ ਬਚਨ ਅਤੇ ਕਰਮ ਕਰਕੇ ਦੁਰਗਾ ਦਾ ਜਾਪ ਜਪਣ ਲੱਗੇ। ਪਇਓ ਏਕ ਪੁੱਤਰਨ ਤਹਾਂ ਜਾਨ ਕੀ ਤੈ। ਉੱਥੇ ਸੀਤਾ ਜੀ ਦੇ ਗਰਭ ਤੋਂ ਇੱਕ ਪੁੱਤਰ ਪੈਦਾ ਹੋਇਆ। ਮਨੋ ਰਾਮ ਕੀਨੋ ਦੁਤੀ ਰਾਮ ਤੇ ਲੈ। ਮਾਨੋ ਸ਼੍ਰੀ ਰਾਮ ਨੇ ਸੀਤਾ ਤੋਂ ਦੂਜਾ ਰਾਮ ਉਤਪੰਨ ਕਰ ਲਿਆ ਹੋਵੇ। ਵਹਿ ਚਾਰ ਚਿਹਨਨ ਵਹੇ ਉਗਰ ਤੇਜਨ। ਉਹੀ ਸੁੰਦਰ ਚਿੰਨ੍ਹ ਅਤੇ ਉਹੀ ਪ੍ਰਬਲ ਤੇਜ ਹੈ। ਮਨੋ ਅਪ ਅਨਸਨ ਦੁਤੀ ਕਾਢ ਪੇਜਨ। ਮਾਨੋ ਸ਼੍ਰੀ ਰਾਮ ਨੇ ਆਪਣੀ ਅੰਸ ਨੂੰ ਕੱਢ ਕੇ ਦੂਜੀ ਦੇਹੀ ਵਿੱਚ ਭੇਜ ਦਿੱਤਾ ਹੋਵੇ। ਦਿਓ ਏਕ ਪਾਲਨ ਸੋ ਬਾਲਨ ਰਖੀਸਨ। ਰਖੀਸਰ ਬਾਲਮੀਕੀ ਨੇ ਬਾਲਕ ਲਈ ਇੱਕ ਪੰਖੁੜਾ ਸੀਤਾ ਜੀ ਨੂੰ ਦਿੱਤਾ। ਲਸੇ ਚੰਦਰ ਰੂਪਨ ਕਿਦੋ ਦਯੋਸ ਈਸਨ। ਜੋ ਚੰਦਰਮਾ ਵਰਗਾ ਚਮਕਦਾਰ ਸੀ ਅਥਵਾ ਸੂਰਜ ਦੇ ਸਮਾਨ ਸੀ। ਗਇਓ ਏਕ ਦਿਵਸਨ ਰਿਖੀ ਸੰਧਿਆਨਨ। ਇੱਕ ਦਿਨ ਰਿਸ਼ੀ ਸੰਧਿਆ ਪੂਜਾ ਲਈ ਗਏ। ਲਇਓ ਬਾਲ ਸੰਗਨ ਗਈ ਸੀਯ ਨਾਨਨ। ਉਸੇ ਵੇਲੇ ਬਾਲਕ ਨੂੰ ਨਾਲ ਲੈ ਕੇ ਸੀਤਾ ਜੀ ਇਸ਼ਨਾਨ ਕਰਨ ਲਈ ਚਲੀ ਗਈ। ਰਹੀ ਜਾਤ ਸੀਤਾ ਮਹਾਮੌਨ ਜਾਗੇ। ਸੀਤਾ ਜੀ ਦੇ ਚਲੇ ਜਾਣ ਤੋਂ ਬਾਅਦ ਮਹਾਮੁਨੀ ਨੇ ਜਦ ਸਮਾਧੀ ਖੋਲੀ, ਬਿਨਾ ਬਾਲ ਪਾਲਨ ਲਖਿਓ ਸੋਕ ਪਾਗੇ। ਤਾਂ ਪਾਲਨੇ ਨੂੰ ਬਾਲਕ ਤੋਂ ਬਿਨਾਂ ਵੇਖ ਕੇ ਬਹੁਤ ਦੁਖੀ ਹੋਏ। ਕੁਸਾ ਹਾਥ ਲੈ ਕੇ ਰਚਿਓ ਏਕ ਬਾਲਨ। ਉਸੇ ਵੇਲੇ ਹੱਥ ਵਿੱਚ ਕੁਸ਼ਾ ਲੈ ਕੇ ਬਾਲਮੀਕੀ ਜੀ ਨੇ ਇੱਕ ਬਾਲਕ ਬਣਾ ਦਿੱਤਾ। ਤਿਸੀ ਰੂਪ ਰੰਗਨ
ਅਨੂਪਨ ਉਤਾਲਨ, ਜੋ ਉਸੇ ਹੀ ਰੂਪ ਰੰਗ ਅਤੇ ਕਦ ਕਾਠ ਵਾਲਾ ਸੀ। ਫਿਰੀ ਨਾਇ ਸੀਤਾ ਕਹਾਂ ਆਨ ਦੇਖਿਓ, ਜਦੋਂ ਸੀਤਾ ਜੀ ਇਸ਼ਨਾਨ ਕਰਕੇ ਮੁੜੀ ਤਾਂ ਆ ਕੇ ਵੇਖਿਆ, ਉਹੀ ਰੂਪ ਬਾਲਨ ਸੁਪਾਲਨ ਬਸੇਖਿਓ, ਕਿ ਉਸੇ ਰੂਪ ਵਾਲਾ ਇੱਕ ਹੋਰ ਬਾਲਕ ਪਾਲਣੇ ਵਿੱਚ ਮੌਜੂਦ ਹੈ। ਕਿਰਪਾ ਮੌਨ ਰਾਜਨ ਕਨੀ ਜਾਨ ਕੀਨੋ, ਸੀਤਾ ਜੀ ਨੇ ਮਹਾਮੁਨੀ ਦੀ ਆਪਣੇ ਉੱਤੇ ਵੱਡੀ ਕਿਰਪਾ ਕੀਤੀ ਜਾਣ ਲਈ। ਦੁਤੀ ਪੁੱਤਰ ਤਾਤੇ ਕਿਰਪਾ ਜਾਨ ਦੀਨੋ, ਅਤੇ ਇਸੇ ਕਰਕੇ ਕਿਰਪਾ ਪੂਰਵਕ ਦੂਜਾ ਪੁੱਤਰ ਬਖਸ਼ ਦਿੱਤਾ। ਇਸ ਦੇ ਅੱਗੇ ਭਾਵਾਰਥ ਜੋ ਕਿ ਲਿਖਿਆ ਗਿਆ ਹੈ ਪੰਡਿਤ ਨਾਰਾਇਣ ਸਿੰਘ ਜੀ ਦੇ ਅਨੁਸਾਰ। ਕਿਸੇ ਰਾਮਾਇਣ ਵਿੱਚ ਲਿਖਿਆ ਹੈ ਕਿ ਸੀਤਾ ਜੀ ਨੂੰ 2 ਪੁੱਤਰ ਹੋਏ ਸਨ, ਜੋ ਰਿਸ਼ੀ ਵਾਲਮੀਕੀ ਜੀ ਦੀ ਆਗਿਆ ਨਾਲ ਇੱਕ ਨੂੰ ਲੂਣ ਨਾਲ ਤੇ ਇੱਕ ਨੂੰ ਕੁਸ਼ਾਂ ਨਾਲ ਢੱਕ ਦਿੱਤਾ ਸੀ। ਇਸ ਕਰਕੇ ਉਹਨਾਂ ਦਾ ਨਾਮ ਲਵ ਤੇ ਕੁਸ਼ ਹੋਇਆ। ਪਰ ਬਹੁਤੀਆਂ ਰਾਮਾਇਣਾਂ ਵਿੱਚ ਐਸਾ ਹੀ ਲਿਖਿਆ ਹੈ ਕਿ ਪੁੱਤਰ ਤਾਂ ਇੱਕੋ ਹੋਇਆ ਸੀ, ਪਰ ਸੀਤਾ ਜੀ ਇੱਕ ਦਿਨ ਇਸ਼ਨਾਨ ਕਰਨ ਗਏ ਅਤੇ ਰਿਸ਼ੀ ਜੀ ਨੂੰ ਕਹਿ ਦਿੱਤਾ ਕਿ ਬੱਚਾ ਪੰਖੁੜੇ ਵਿੱਚ ਪਿਆ ਹੈ। ਜਦ ਨਦੀ ਕਿਨਾਰੇ ਪਹੁੰਚੀ ਤਾਂ ਸੀਤਾ ਜੀ ਮਮਤਾ ਵਸ ਹੋ ਗਈ। ਫਿਰ ਮਨ ਵਿੱਚ ਵਿਚਾਰ ਆਇਆ ਕਿ ਰਿਸ਼ੀ ਜੀ ਧਿਆਨ ਵਿੱਚ ਮਗਨ ਬੈਠੇ ਹਨ, ਕਿਤੇ ਕੋਈ ਜਾਨਵਰ ਆ ਕੇ ਬੱਚੇ ਨੂੰ ਨਸ਼ਟ ਨਾ ਕਰ ਜਾਏ। ਇਹ ਸੋਚ ਕੇ ਸੀਤਾ ਜੀ ਨਦੀ ਤੋਂ ਮੁੜ ਗਈ ਅਤੇ ਚੁੱਪ ਕੀਤੀ ਹੀ ਬਾਲਕ ਨੂੰ ਚੁੱਕ ਲਿਆਈ। ਜਦੋਂ ਮਗਰੋਂ ਰਿਸ਼ੀ ਜੀ ਨੇ ਅੱਖ ਖੋਲ੍ਹੀ ਤਾਂ ਪਲਨਾ ਖਾਲੀ ਵੇਖ ਕੇ ਸੋਚਿਆ, ਸੀਤਾ ਸਾਨੂੰ ਬੱਚੇ ਦੀ ਰਖਵਾਲੀ ਲਈ ਕਹਿ ਗਈ ਸੀ, ਅਸੀਂ ਉਸ ਦੀ ਰੱਖਿਆ ਨਹੀਂ ਕੀਤੀ ਅਤੇ ਬੱਚੇ ਨੂੰ ਕਿਸੇ ਜਾਨਵਰ ਨੇ ਚੁੱਕ ਲਿਆ ਹੈ। ਇਸ ਲਈ ਆਪ ਨੇ ਕਾਹਲੀ ਨਾਲ ਕੁਸ਼ਾਂ ਤੋਂ ਇੱਕ ਹੋਰ ਲੜਕਾ ਬਣਾ ਦਿੱਤਾ, ਜਿਸ ਦਾ ਨਾਮ ਕੁਸ਼ ਪ੍ਰਸਿੱਧ ਹੋਇਆ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਦੋਏ ਪੁੱਤਰ ਉਤਪੰਨੇ ਧਿਆਇ ਸਮਾਪਤਮ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਤੇ ਰਾਮ ਅਵਤਾਰ ਦੇ 2 ਪੁੱਤਰਾਂ ਦੇ ਪੈਦਾ ਹੋਣ ਦਾ ਅਧਿਆਇ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।